ਵਾਇਸ ਆਫ ਇੰਡੀਆ ਤੇ ਮੈਂ ਤੁਹਾਡਾ ਦੋਸਤ ਐਮਪੀ ਸਿੰਘ ਤੇ ਮੇਰੇ ਨਾਲ ਨੇ ਸਰਦਾਰ ਹਰਪ੍ਰੀਤ ਸਿੰਘ ਜਵੰਦਾ ਜੀ। ਅੱਜ ਅਸੀਂ ਜਿਸ ਟੌਪਿਕ ਤੇ ਗੱਲਬਾਤ ਕਰਨ ਜਾ ਰਹੇ ਹਾਂ ਉਹ ਬੜਾ ਮਾਇਨੇ ਰੱਖਦਾ ਹੈ ਸਾਡੇ ਪਰਿਵਾਰਾਂ ਵਾਸਤੇ, ਇੰਟਰਪਰਸਨਲ ਰਿਲੇਸ਼ਨਸ਼ਿਪ ਇਨ ਵਿਦਨ ਦੀ ਫੈਮਿਲੀ। ਜਵੰਦਾ ਜੀ, ਕੀ ਹੁੰਦੀ ਹੈ ਇੰਟਰਪਰਸਨਲ ਰਿਲੇਸ਼ਨਸ਼ਿਪ? ਐਮਪੀ ਸਿੰਘ ਜੀ, ਪਹਿਲੀ ਗੱਲ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਜਿਹੜਾ ਤੁਸੀਂ ਟੌਪਿਕ ਬਾਰੇ ਗੱਲ ਕੀਤੀ ਹੈ ਇੰਟਰਪਰਸਨਲ, ਇਹਨੂੰ ਜੇ ਟਿਪੀਕਲ ਪੰਜਾਬੀ ਲੈਂਗੁਏਜ 'ਚ ਤੁਸੀਂ ਕਰੋ ਇਹਨੂੰ, ਤੇ ਇਹ ਹੁੰਦਾ ਜੀ ਆਪਸੀ ਰਿਲੇਸ਼ਨਸ਼ਿਪ ਜਿਹੜਾ ਵਿਦਨ ਦੇ ਪਰਿਵਾਰਕ ਰਿਲੇਸ਼ਨ, ਪਰਿਵਾਰ ਇੱਕ ਫੈਮਿਲੀ ਯੂਨਿਟ ਜਿਹੜਾ ਉਹਦੇ 'ਚ ਕਿਸ ਤਰ੍ਹਾਂ ਦਾ ਰਿਲੇਸ਼ਨਸ਼ਿਪ ਹੋਣਾ ਚਾਹੀਦਾ, ਕਿਸ ਤਰ੍ਹਾਂ ਦਾ ਹੈ ਔਰ ਕਿਸ ਤਰ੍ਹਾਂ ਦਾ ਹੋ ਰਿਹਾ, ਔਰ ਫਿਊਚਰ ਪ੍ਰੋਜੈਕਸ਼ਨ ਕਿੱਦਾਂ ਦੀ ਹੈ, ਉਹਦੇ ਬਾਰੇ 'ਚ ਗੱਲ ਕਰਨੀ ਬਹੁਤ ਜ਼ਰੂਰੀ ਹੈ ਜੀ। ਇਸ ਕਰਕੇ ਜ਼ਰੂਰੀ ਹੈ ਕਿਉਂਕਿ ਰਿਲੇਸ਼ਨਸ਼ਿਪ ਜਿਹੜੇ ਨੇ ਬੜੇ ਡਿਫਰੈਂਟ ਟਰੈਕ 'ਤੇ ਜਾ ਰਹੇ ਹੈਗੇ ਆ। ਤੁਸੀਂ ਵੀ ਬਿਜ਼ਨਸਮੈਨ ਹੈਗੇ ਹੋ, ਮੈਂ ਵੀ ਇੱਕ ਪਬਲਿਕਲੀ ਕਾਫੀ ਘੁੰਮਦਾ ਫਿਰਦਾ, ਅਤੇ ਮੈਨੂੰ ਜਦੋਂ ਦੇਖਦਾ ਮੈਂ ਕਿ ਇਹ ਜਿਹੜੇ ਰਿਲੇਸ਼ਨਸ਼ਿਪਸ ਹੈਗੇ ਨੇ ਜਿਸ ਟਰੈਕ 'ਤੇ ਸਨ ਉਸ ਟਰੈਕ ਤੋਂ ਬਦਲ ਕੇ ਇੱਕ ਡਿਫਰੈਂਟ ਟਰੈਕ 'ਤੇ ਜਾ ਰਹੇ ਹੈਗੇ ਆ, ਅਤੇ ਕਾਫੀ ਦੁੱਖ ਵੀ ਹੁੰਦਾ ਹੈਗਾ। ਪੋਜ਼ੀਟਿਵਿਟੀ ਘੱਟ ਹੈ, ਨੈਗੇਟਿਵਿਟੀ ਜ਼ਿਆਦਾ ਹੈ, ਔਰ ਨੈਗੇਟਿਵਿਟੀ ਜਿਹੜੀ ਹੈ ਉਹ ਜਦੋਂ ਪ੍ਰਵੇਲ ਕਰਦੀ ਹੈ, ਚਾਹੇ ਉਹ ਫੈਮਿਲੀ ਯੂਨਿਟ ਹੋਏ, ਚਾਹੇ ਉਹ ਰਿਲੇਸ਼ਨਸ਼ਿਪ ਦੀ ਗੱਲ ਕਰਦੇ ਹੋ, ਜਦੋਂ ਤੁਸੀਂ ਫਾਦਰ ਸਨ ਰਿਲੇਸ਼ਨਸ਼ਿਪ ਹੈ, ਬ੍ਰਦਰ ਸਿਸਟਰ ਰਿਲੇਸ਼ਨਸ਼ਿਪ ਹੈ, ਫੈਮਿਲੀ ਟੂ ਫੈਮਿਲੀ ਰਿਲੇਸ਼ਨਸ਼ਿਪ ਹੈ, ਜਦੋਂ ਹਾਂਜੀ ਹਸਬੈਂਡ ਵਾਈਫ ਦਾ ਹੈਗਾ, ਜਦੋਂ ਵੀ ਕੋਈ ਇਸ ਤਰ੍ਹਾਂ ਦਾ ਰਿਲੇਸ਼ਨਸ਼ਿਪ ਜਿਹੜਾ ਨੈਗੇਟਿਵ ਟਰੈਕ 'ਤੇ ਚੱਲ ਪਏ ਅਤੇ ਉਹਦੇ ਵਾਸਤੇ ਫਿਰ ਇੱਕ ਤਾਂ ਡਿਸਟਰੈਕਸ਼ਨ ਹੁੰਦੀ ਹੈ, ਦੂਜਾ ਜਿਹੜਾ ਉਹਦਾ ਮਲਟੀਪਲਾਇਰ ਇਫੈਕਟ ਹੁੰਦੇ ਹੈਗੇ ਆ। ਔਰ ਨੈਗੇਟਿਵਿਟੀ ਹੀ ਜ਼ਿਆਦਾ ਇੰਪੋਰਟੈਂਟ ਹੈ, ਜ਼ਿਆਦਾ ਇਫੈਕਟ ਕਰਦੀ ਹੈ। ਨੈਗੇਟਿਵਿਟੀ ਐਕਚੁਅਲੀ ਇਸ ਤਰ੍ਹਾਂ ਹੈ ਕਿ ਨੈਗੇਟਿਵਿਟੀ ਜਿਹੜੀ ਹੈ ਉਹ ਕਿਸੇ ਕਿਸਮ ਦੀ ਵੀ ਜਿਹੜੀ ਹੈ ਨਾ ਉਹ ਮਾੜੀ ਹੁੰਦੀ ਹੈ। ਇਹਦੇ ਨੈਗੇਟਿਵ ਇਫੈਕਟ ਜਿਹੜੇ ਫੈਮਿਲੀ ਰਿਲੇਸ਼ਨਸ਼ਿਪ 'ਤੇ ਆਪਾਂ ਗੱਲ ਕਰ ਰਹੇ ਹਾਂ, ਇਹਦੇ ਵਿੱਚ ਨੈਗੇਟਿਵਿਟੀ ਹੀ ਜ਼ਿਆਦਾ ਇੰਪੋਰਟੈਂਟ ਰੋਲ ਅਦਾ ਕਰਦੀ ਹੈ। ਨਹੀਂ, ਨੈਗੇਟਿਵਿਟੀ ਐਕਚੁਅਲੀ ਇਸ ਤਰ੍ਹਾਂ ਹੈ ਕਿ ਨੈਗੇਟਿਵਿਟੀ ਤੋਂ ਹੀ ਇਹ ਚੀਜ਼ਾਂ ਉਪਜਦੀਆਂ ਹੈਗੀਆਂ ਨੇ, ਨੈਗੇਟਿਵਿਟੀ ਤੋਂ ਉਪਜਦੀਆਂ ਹੈਗੀਆਂ ਨੇ। ਇੱਕ ਸ਼ਾਰਟਕੱਟ ਜਿਹੜਾ ਹੈ ਉਹਦੇ ਤੋਂ ਉਹ ਇਹ ਕ੍ਰੀਏਟ ਹੁੰਦੀਆਂ। ਇੱਕ ਜਿਹੜਾ ਹੁੰਦਾ ਹੈ ਕਿ ਅੱਜ ਕੱਲ੍ਹ ਲੌਂਗ ਪ੍ਰੋਸੈਸ ਫੋਲੋ ਕਰਨ ਦਾ ਰਿਵਾਜ ਖਤਮ ਹੁੰਦਾ ਜਾਂਦਾ ਅਤੇ ਕਿਸੇ ਕੋਲ ਪੇਸ਼ੈਂਸ ਨਹੀਂ ਹੈਗੀ। ਸ਼ਾਰਟ ਟਰਮ ਸਾਰੇ ਟਾਰਗੇਟ ਵੀ, ਫਰਸਟ੍ਰੇਸ਼ਨ ਹੁੰਦੀ ਹੈ ਹਰ ਕੰਮ 'ਚ, ਜ਼ਿਆਦਾਤਰ ਕੰਮਾਂ 'ਚ ਫਰਸਟ੍ਰੇਸ਼ਨ। ਜਿੱਥੇ ਪ੍ਰੋਫਿਟ ਨਹੀਂ ਹੈਗਾ ਉੱਥੇ ਫਰਸਟ੍ਰੇਸ਼ਨ ਹੈ, ਜਿੱਥੇ ਤੁਹਾਡਾ ਮਨਪਸੰਦ ਸਾਥੀ ਨਹੀਂ ਮਿਲਿਆ ਤੁਹਾਨੂੰ ਉੱਥੇ ਤੁਹਾਡੀ ਫਰਸਟ੍ਰੇਸ਼ਨ ਹੈ, ਜਿੱਥੇ ਤੁਹਾਨੂੰ ਮਨਪਸੰਦ ਕਾਰ ਨਹੀਂ ਮਿਲਦੀ, ਮਨਪਸੰਦ ਗੱਡੀ ਨਹੀਂ ਹੈ, ਉੱਥੇ ਤੁਹਾਡੀ ਫਰਸਟ੍ਰੇਸ਼ਨ ਹੈ, ਜਿੱਥੇ ਤੁਹਾਨੂੰ ਮਨਪਸੰਦ ਦਾ ਜਾਂ ਇਨਫ ਤੁਹਾਡੇ ਕੋਲ ਜੇਬ ਖਰਚ ਨਹੀਂ ਹੈਗਾ ਉੱਥੇ ਫਰਸਟ੍ਰੇਸ਼ਨ। ਛੋਟੀਆਂ ਗੱਲਾਂ ਜਿਹੜੀਆਂ ਨਾ ਉਹ ਦੂਰੀ ਪੈਦਾ ਕਰਦੀਆਂ। ਹਾਂਜੀ, ਔਰ ਜਦੋਂ ਫਰਸਟ੍ਰੇਸ਼ਨ ਹੁੰਦੀ ਹੈ ਨਾ ਤਾਂ ਫਿਰ ਉਹ ਫਰਸਟ੍ਰੇਸ਼ਨ ਜਿਹੜੀ ਆ ਉਹ ਡਿਫਰੈਂਟ ਤਰੀਕਿਆਂ ਨਾਲ ਉਪਜ ਕੇ ਬਾਹਰ ਆਉਂਦੀ ਹੈ। ਕਈ ਜਗ੍ਹਾ 'ਤੇ ਇਹ ਕਲੇਸ਼ ਪੈਂਦਾ ਹੈਗਾ ਜੀ, ਕਈ ਜਗ੍ਹਾ 'ਤੇ ਇਹ ਹੁੰਦਾ ਹੈ ਕਿ ਤੁਹਾਡਾ ਗੁੱਸਾ ਜਿਹੜਾ ਹੈ ਉਹ ਆਊਟ ਆਫ ਕੰਟਰੋਲ ਹੋ ਜਾਂਦਾ ਹੈ, ਔਰ ਕਈ ਜਗ੍ਹਾ 'ਤੇ ਕੀ ਹੁੰਦਾ ਹੈ ਕਿ ਤੁਹਾਡੇ ਜਿਹੜੇ ਰਿਲੇਸ਼ਨਸ਼ਿਪਸ ਨੇ ਉਹ ਤਾਸ਼ ਦੇ ਪੱਤਿਆਂ ਨੂੰ ਖਿਲ ਜਾਂਦੇ, ਰਿਸ਼ਤੇ ਤਿੜਕ ਜਾਂਦੇ ਆ ਯਾਰ। ਠੀਕ ਹੈ ਜੀ। ਇਹ ਜਵੰਦਾ ਜੀ, ਹੁਣ ਗੱਲ ਤਾਂ ਸਮਝ ਆ ਗਈ ਕਿ ਇਹ ਪਰਿਵਾਰਾਂ ਵਿੱਚ ਇਹ ਸਾਰਾ ਕੁਛ ਵਾਪਰਦਾ, ਇਹਨੂੰ ਹੁਣ ਠੀਕ ਕਰਨ ਦੇ ਤਰੀਕੇ ਵੀ ਦੱਸੋ। ਠੀਕ ਕਰਨ ਦਾ ਦੇਖੋ ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਇੱਕ ਕੈਂਸਰ ਹੁੰਦਾ ਹੈ, ਉਹ ਠੀਕ ਕਰਨਾ ਥਿਓਰੈਟੀਕਲੀ ਬੜਾ ਸੌਖਾ ਲੱਗਦਾ ਹੈਗਾ, ਬਟ ਪ੍ਰੈਕਟੀਕਲੀ ਜਦੋਂ ਤੁਸੀਂ ਕਰਦੇ ਹੋ ਤਾਂ ਕਾਫੀ ਤੁਹਾਨੂੰ ਐਫਰਟਸ ਕਰਨੀਆਂ ਪੈਂਦੀਆਂ ਹੈਗੀਆਂ ਨੇ। ਕੀਮੋਥੈਰੇਪੀ ਹੈ, ਹੋਰ ਕਈ ਥੈਰੇਪੀਜ਼ ਹੈਗੀਆਂ ਨੇ, ਔਰ ਸਭ ਤੋਂ ਵੱਡੀ ਗੱਲ ਹੈ ਜਿਹੜਾ ਬੰਦਾ ਬਿਮਾਰ ਹੈ ਉਹਦੇ 'ਚ ਠੀਕ ਹੋਣ ਦੀ ਇੱਕ ਸਪਿਰਿਟ ਹੋਣੀ ਚਾਹੀਦੀ ਹੈ, ਇੱਛਾ ਹੋਣੀ ਚਾਹੀਦੀ। ਠੀਕ ਹੈ ਜੀ। ਹੁਣ ਜਿਹੜੇ ਪਰਿਵਾਰ 'ਚ ਜਿਹੜਾ ਇੰਟਰਪਰਸਨਲ ਰਿਲੇਸ਼ਨਸ਼ਿਪ ਜਿਹੜੇ ਨੇ ਉਹ ਆਫ ਦਾ ਟਰੈਕ ਹੋਏ ਨੇ, ਪਹਿਲੀ ਗੱਲ ਤਾਂ ਸਭ ਤੋਂ ਇਹ ਹੈ ਕਿ ਉਸ ਪਰਿਵਾਰ ਦੇ ਵਿੱਚ ਕਪੈਸਿਟੀ ਹੋਣੀ ਚਾਹੀਦੀ ਹੈ, ਉਹਦੇ 'ਚ ਐਪਟੀਟਿਊਡ ਹੋਣਾ ਚਾਹੀਦਾ ਹੈ, ਉਹਨਾਂ 'ਚ ਇੱਕ ਸਪਿਰਿਟ ਹੋਣੀ ਚਾਹੀਦੀ ਹੈ ਕਿ ਆਪਾਂ ਇਹਨੂੰ ਬੈਕ ਟੂ ਦਾ ਟਰੈਕ ਲਿਆਉਣਾ ਹੈਗਾ। ਠੀਕ ਹੈ ਜੀ। ਜਿੰਨੀ ਦੇਰ ਤੱਕ ਜਿਹੜਾ ਮਰੀਜ਼ ਉਹ ਹੀ ਨਹੀਂ ਠੀਕ ਹੋਣਾ ਚਾਹੁੰਦਾ, ਲੱਖ ਜਿਹੜੇ ਨੇ ਮਸੀਹੇ ਜਿਹੜੇ ਨੇ ਡਾਕਟਰ ਨੇ ਕੋਸ਼ਿਸ਼ ਕੁਛ ਨਹੀਂ ਹੋ ਸਕਦਾ, ਕੁਛ ਨਹੀਂ ਬਣਦਾ। ਠੀਕ ਹੈ ਜੀ। ਸੋ ਸਭ ਤੋਂ ਪਹਿਲੀ ਗੱਲ ਹੈ ਕਿ ਜਿਹੜਾ ਫੈਮਿਲੀ ਯੂਨਿਟ ਹੈ ਨਾ ਉਹ ਹੀ ਵਿਲਿੰਗ ਹੋਣਾ ਚਾਹੀਦਾ ਹੈ ਕਿ ਸਾਡਾ ਪਰਿਵਾਰ ਜਿਹੜਾ ਬੈਕ ਟੂ ਟਰੈਕ ਆਏ। ਸਾਰਿਆਂ ਦੀ ਜ਼ਿੰਮੇਵਾਰੀ ਬਰਾਬਰ, ਸਾਰਿਆਂ ਦੀ ਜ਼ਿੰਮੇਵਾਰੀ, ਸਭ ਤੋਂ ਜ਼ਿਆਦਾ ਜ਼ਿੰਮੇਵਾਰੀ ਬਣਦੀ ਹੈ ਜੀ ਜਿਹੜਾ ਫੈਮਿਲੀ ਹੈਡ ਹੈਗਾ। ਠੀਕ ਹੈ ਜੀ। ਕਿਉਂਕਿ ਫੈਮਿਲੀ ਹੈਡ ਜਿਹੜਾ ਮੇਨ ਡਿਸੀਜਨ ਮੇਕਰ ਹੁੰਦਾ, ਔਰ ਉਹਨੇ ਇਹ ਡਿਸੀਜਨ ਲੈਣਾ ਹੁੰਦਾ ਕਿ ਕਿਹੜੀ ਚੀਜ਼ ਰਾਈਟ ਹੈ, ਕਿਹੜੀ ਚੀਜ਼ ਰੋਂਗ। ਮਾਡਰਨ ਫੈਮਿਲੀ ਵਿੱਚ ਵੀ ਫੈਮਿਲੀ ਹੈਡ ਦੀ ਕੋਈ ਗੱਲ ਹੈ? ਹਾਂਜੀ, ਜਿੰਨਾ ਮਰਜ਼ੀ ਆਪਾਂ ਕਰ ਲਈਏ ਕਿ ਫੈਮਿਲੀ ਹੈਡ ਜਿਹੜਾ ਉਹ
ਹਸਬੈਂਡ ਵਾਈਫ ਜਿਹੜਾ ਇਕੁਅਲ ਰਿਸਪੌਂਸਿਬਿਲਿਟੀ ਹੈ, ਇਕੁਅਲ ਉਹਨਾਂ ਦੀ ਅਥਾਰਟੀ ਹੈਗੀ ਹੈ, ਪਰ ਸਟਿਲ ਪ੍ਰੈਕਟੀਕਲ ਨਹੀਂ ਹੈ। ਪ੍ਰੈਕਟੀਕਲੀ ਜਿਹੜਾ ਮੈਂ ਜੋ ਮੇਰਾ ਐਕਸਪੀਰੀਅੰਸ ਹੈਗਾ ਕਿ ਸਟਿਲ ਜਿਹੜਾ ਡਿਸੀਜਨ ਮੇਕਰ ਹੈਗਾ ਮੇਨ ਜਿਹੜਾ ਉਹ ਸਾਡੇ ਆਪਾਂ ਦੇਖੋ ਇੰਟਰਪਰਸਨਲ ਰਿਲੇਸ਼ਨਸ਼ਿਪ ਦੀ ਗੱਲ ਕਰ ਰਹੇ ਹਾਂ, ਆਪਣੀ ਕਮਿਊਨਿਟੀ ਦੀ ਗੱਲ ਕਰ ਰਹੇ ਹਾਂ, ਉਹਦੇ ਚ ਹਾਲੇ ਵੀ ਸਾਡੀ ਸੋਸਾਇਟੀ ਵਿੱਚ ਸਾਡੀ ਕਮਿਊਨਿਟੀ ਵਿੱਚ ਅਜੇ ਵੀ ਮਰਦ ਪ੍ਰਧਾਨ ਸਮਾਜ ਬੜੀ ਗੱਲ ਹੈ। ਚਾਹੇ ਤੁਸੀਂ ਇਸ ਨੂੰ ਕਿਸੇ ਵੀ ਪਰਸਪੈਕਟਿਵ 'ਚ ਲੈ ਲਓ, ਚਾਹੇ ਤੁਸੀਂ ਇਹਨੂੰ ਲੈ ਲਓ ਕਿ ਡੋਮੀਨੈਂਸ ਦੇ ਪੁਆਇੰਟ ਆਫ ਵਿਊ ਤੋਂ ਲੈ ਲਓ, ਚਾਹੇ ਤੁਸੀਂ ਕਿਸੇ ਹੋਰ ਪੁਆਇੰਟ ਆਫ ਵਿਊ ਤੋਂ ਲੈ ਲਓ, ਸਟਿਲ ਡੋਮੀਨੇਟ ਕਰਦੀ ਹੈ ਜੀ। ਉਹ ਪੁਰਾਣੀਆਂ ਗੱਲਾਂ ਜਾਂਦੀਆਂ ਨੇ ਨਾ ਜੀ, ਨਹੀਂ ਜਾਂਦੀਆਂ ਹੈ ਨਾ ਜੀ। ਔਰ ਜਿਹੜੀ ਇਹ ਡੋਮੀਨੈਂਸ ਹੈ ਇਹ ਫਿਰ ਇੱਕ ਹੋਰ ਚੀਜ਼ ਨੂੰ ਡਿਵੈਲਪ ਕਰਦੀ ਹੈ ਜੀ, ਜਿਹੜੀ ਮੇਲ ਫੀਮੇਲ ਜਿਹੜੀ ਰੇਸ਼ੋ ਹੈ ਉਹ ਵੀ ਇੰਬੈਲੈਂਸ ਇਹਦੇ ਕਰਕੇ ਹੁੰਦੀ ਹੈ। ਹਾਂਜੀ, ਜਿਹੜੇ ਪੁਰਖੇ ਹੈ, ਜਿਹੜੇ ਬਜ਼ੁਰਗ ਨੇ, ਉਹਨਾਂ ਦਾ ਇਹ ਹੁੰਦਾ ਕਿ ਪੁੱਤਰ ਜ਼ਰੂਰ ਹੋਣਾ ਚਾਹੀਦਾ ਘਰ 'ਚ। ਜੇ ਪੁੱਤਰ ਨਹੀਂ ਹੁੰਦਾ, ਆਪਾਂ ਸਭ ਤੋਂ ਪਹਿਲਾਂ ਇਹ ਗੱਲ ਮੈਂ ਕਲੈਰੀਫਾਈ ਕਰਦੇ ਹਾਂ ਕਿ ਇਹ ਜਿਹੜਾ ਡਿਸਕਸ਼ਨ ਹੈ ਨਾ ਤੇ ਕੁੜੀ ਦੇ ਫੇਵਰ 'ਚ ਹੈ ਨਾ ਮੁੰਡੇ ਦੇ ਫੇਵਰ 'ਚ ਹੈ। ਜੋ ਪ੍ਰੀਵੇਲਿੰਗ ਸਿਚੁਏਸ਼ਨ ਹੈਗੀਆਂ ਆਪਾਂ ਡਿਸਕਸ ਕਰ ਸੋਸਾਇਟੀ ਵਿੱਚ, ਜਿਵੇਂ ਕੁਝ ਵਰਤਾਰੇ ਚੱਲ ਰਹੇ, ਪਹਿਲਾ ਬੱਚਾ ਹੋ ਜਾਂਦਾ ਹੈ ਤੇ ਪਹਿਲਾ ਬੱਚਾ ਹੋਣ ਵਾਲਾ ਹੁੰਦਾ ਹੈ ਤੇ ਉਹਦੇ ਕੰਨਾਂ 'ਚ ਆਵਾਜ਼ਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ, ਕੋਈ ਚੰਗੀ ਚੀਜ਼ ਆਏ, ਸੁਖਣੀ ਉਹਦੇ ਪਿੱਛੇ ਇੱਕ ਸਾਈਕੀ ਹੈ, ਇੱਕ ਥਾਟ ਹੈ, ਇੱਕ ਥਾਟ ਪ੍ਰੋਸੈਸ ਹੈ ਕਿ ਜੇ ਪਹਿਲਾ ਬੱਚਾ ਮੁੰਡਾ ਹੋ ਗਿਆ ਤੇ ਪਰਿਵਾਰ ਨੂੰ ਲੈ ਕੇ ਚੱਲਣ ਦੀ ਕੈਪੈਸਿਟੀ ਹੋਏਗੀ। ਠੀਕ ਹੈ ਜੀ। ਔਰ ਇਸ ਚੀਜ਼ ਦਾ ਇਫੈਕਟ ਕਈ ਪਰਿਵਾਰਾਂ 'ਚ ਬਹੁਤ ਜ਼ਿਆਦਾ ਹੈ, ਕਈਆਂ 'ਚ ਘੱਟ ਹੈ। ਠੀਕ ਹੈ ਜੀ। ਕਈ ਸਟਿਲ ਰਿਕੂਪਰੇਟ ਕਰ ਰਹੇ ਵੀ ਇਸ ਚੀਜ਼ ਨੂੰ ਹਟਾਇਆ ਜਾਏ, ਸਕਸੈਸਫੁਲੀ ਹੋਈ ਹੈ ਪ੍ਰੋਸੈਸ ਹੈ। ਹੁਣ ਤੁਹਾਡਾ ਸਭ ਤੋਂ ਮੈਂ ਬੈਕ ਟੂ ਦਾ ਟਰੈਕ ਆਉਣਾ ਕਿ ਜਿਹੜਾ ਤੁਹਾਡਾ ਕੁਐਸਚਨ ਸੀ ਕਿ ਇਹਨੂੰ ਠੀਕ ਕਿੱਦਾਂ ਕੀਤਾ ਜਾ ਸਕਦਾ। ਫੈਮਿਲੀ ਹੈਡ ਜਿਹੜਾ ਉਹਨੂੰ ਡਿਸੀਜਨ ਲੈਣੇ ਪੈਣੇ ਆ। ਠੀਕ ਹੈ ਜੀ। ਡਿਸੀਜਨ ਵੀ ਇਸ ਤਰ੍ਹਾਂ ਲੈਣੇ ਪੈਣੇ ਆ ਕਿ ਉਹਨੂੰ ਆਪਣੀ ਜਿਹੜੀ ਆਪਣਾ ਥਾਟ ਪ੍ਰੋਸੈਸ ਹੈ ਇੰਪੋਜ਼ ਨਹੀਂ ਕਰ ਸਕਦਾ ਉਹ ਕਿਸੇ 'ਤੇ। ਠੀਕ ਹੈ ਜੀ। ਦੂਜਿਆਂ ਬੰਦਿਆਂ ਨੂੰ ਕੌਨਫੀਡੈਂਸ ਲੈ ਕੇ, ਜਿਹੜੇ ਬੱਚੇ ਹੈ, ਧੀਆਂ ਹੈ, ਪੁੱਤਰ ਹੈ, ਵਾਈਫ ਹੈ, ਅਗਰ ਕੋਈ ਹੋਰ ਹੈ, ਕੋਈ ਬਜ਼ੁਰਗ ਵੀ ਹੈਗਾ, ਜਿਹੜਾ ਫੈਮਿਲੀ ਹੈਡ ਹੈ ਨਾ, ਫੈਮਿਲੀ ਹੈਡ ਨੂੰ ਇੱਕ ਬੜਾ ਬੈਲੈਂਸ ਬਣਾ ਕੇ ਰੱਖਣਾ ਪੈਂਦਾ ਹੈਗਾ। ਬੜਾ ਔਖਾ ਨਹੀਂ ਲੱਗਦਾ ਹੈ? ਔਖਾ ਤਾਂ ਹੈਗਾ, ਪਰ ਅੱਜ ਤੋਂ ਕੋਈ 40-45 ਸਾਲ ਪਹਿਲਾਂ ਪ੍ਰਿਥਵੀ ਰਾਜ ਕਪੂਰ ਇੱਕ ਐਕਟਰ ਹੁੰਦਾ ਸੀ। ਹਾਂਜੀ ਹਾਂਜੀ। ਰਾਜ ਕਪੂਰ ਉਹਦਾ ਬੇਟਾ ਸੀ, ਔਰ ਰਾਜਪੂਰ ਦਾ ਬੇਟਾ ਸੀ ਰਣਧੀਰ ਕਪੂਰ। ਤਿੰਨਾਂ ਨੇ ਇੱਕ ਮੂਵੀ ਬਣਾਈ ਸੀ, ਕੱਲ ਆਜ ਔਰ ਕੱਲ। ਦੇਖੀ ਸੀ ਤੁਸੀਂ? ਬਿਲਕੁਲ। ਉਸ 'ਚ ਬਿਲਕੁਲ ਇਹੋ ਦੱਸਿਆ ਵੀ ਕਿੱਦਾਂ ਬੈਲੈਂਸ ਬਣਾਉਣਾ ਹੈਗਾ। ਉਤੋਂ ਬਜ਼ੁਰਗ ਜਿਹੜੇ ਪ੍ਰੈਸ਼ਰ ਪਾਉਂਦੇ ਆ ਕਿ ਤੂੰ ਬੱਚਿਆਂ ਨੂੰ ਕੰਟਰੋਲ ਨਹੀਂ ਕਰਦਾ, ਬੱਚੇ ਪ੍ਰੈਸ਼ਰ ਪਾਉਂਦੇ ਕਿ ਤੂੰ ਦਾਦੇ ਨੂੰ ਕੰਟਰੋਲ ਨਹੀਂ ਕਰਦਾ। ਹੁਣ ਉਹ ਬੰਦਾ ਜਿਹੜਾ ਜ਼ਿਆਦਾ ਦਖਲਅੰਦਾਜ਼ੀ ਕਰਦੇ ਹਨ ਜੀ। ਕੱਪੜਿਆਂ 'ਤੇ ਪ੍ਰੋਬਲਮ ਆਉਂਦੀ ਹੈ, ਯੰਗਸਟਰ ਜਿਹੜੇ ਨੇ ਉਹ ਕੱਪੜੇ ਉਸ ਟਾਈਮ 'ਤੇ ਤੁਹਾਨੂੰ ਪਤਾ ਹੈ ਬਈ। ਸੋ ਮੁੱਖ ਦੀ ਗੱਲ ਇਹ ਹੈ ਕਿ ਸ਼ਹਿਰੀ ਕਲਚਰ ਮੁੱਖ ਰੱਖ ਕੇ ਬਣਾਈ ਗਈ ਪਿਕਚਰ ਸੀ। ਇੱਕ ਤੇ ਉਹਨੂੰ ਬੈਲੈਂਸ ਬਣਾਉਣਾ ਪੈਂਦਾ ਹੈਗਾ। ਦੂਜੀ ਗੱਲ ਹੈ ਕਿ ਇਹ ਸਾਰਾ ਕੁਝ ਕਰਦਿਆਂ ਹੋਇਆਂ, ਸਾਰਾ ਕੁਝ ਉਹ ਟਰੈਕ 'ਤੇ ਲਿਆਉਂਦਿਆਂ ਹੋਇਆਂ, ਜਾਂ ਸਾਰਾ ਕੁਝ ਕਰਦਿਆਂ ਹੋਇਆਂ ਜਿਹੜਾ ਫੈਮਿਲੀ ਹੈਡ ਹੈ ਉਹਨੂੰ ਇਸ ਚੀਜ਼ ਦਾ ਖਿਆਲ ਰੱਖਣਾ ਪੈਂਦਾ ਜਾਂ ਪੈਣਾ ਚਾਹੀਦਾ ਹੈਗਾ ਕਿ ਕੋਈ ਜਿਹੜਾ ਰਿਲੇਸ਼ਨਸ਼ਿਪ ਹੈ ਉਹ ਪਹਿਲੇ ਤੋਂ ਵੀ ਖਰਾਬ ਨਾ ਹੋ ਜਾਏ। ਹਾਂਜੀ, ਕਈ ਵਾਰੀ ਕੀ ਹੁੰਦਾ ਹੈ ਕਿ ਜਿਸ ਤਰ੍ਹਾਂ ਕਹਿੰਦੇ ਅਸੀਂ ਓਲਡ ਹੈਬਿਟਸ ਨੈਵਰ ਡਾਈ ਆਫ। ਹਾਂਜੀ, ਕਈ ਵਾਰੀ ਘਰਾਂ ਦਾ ਜਿਹੜਾ ਐਟਮੋਸਫੇਅਰ ਹੈ, ਜਿਹੜਾ ਮਾਹੌਲ ਹੈ, ਉਹ ਇੰਨਾ ਖਰਾਬ ਹੋ ਚੁੱਕਾ ਹੁੰਦਾ ਕਿ ਉਹਨੂੰ ਠੀਕ ਕਰਨ ਦੀ ਜਿਹੜੀ ਕਪੈਸਿਟੀ ਹੈ, ਠੀਕ ਕਰਨ ਦੇ ਐਫਰਟਸ ਹੈ, ਉਹ ਹੋਰ ਖਰਾਬ ਕਰ ਦਿੰਦੇ ਆ। ਮਰਜ਼ ਜ਼ਿਆਦਾ ਵਿਗੜੀ ਹੁੰਦੀ। ਹਾਂਜੀ, ਉਹ ਜ਼ਿਆਦਾ ਹੁੰਦੀ ਹੈ। ਠੀਕ ਹੈ ਜੀ। ਸੋ ਇਹ ਕੈਂਸਰ ਐਸਾ ਹੈਗਾ ਜਿਹੜਾ ਇੱਕ ਦਿਨ 'ਚ ਠੀਕ ਨਹੀਂ ਹੋਣਾ ਹੈਗਾ। ਇਹਦੇ ਵਾਸਤੇ ਜਨਰੇਸ਼ਨ ਨੂੰ ਪੂਰਾ ਐਫਰਟਸ ਕਰਨਾ ਪੈਂਦਾ ਹੈ। ਪਰ ਇਹ ਸਾਰੇ ਕੁਝ ਤੇ ਪਰਿਵਾਰ ਦੇ ਉੱਤੇ ਜਿਹੜੇ ਇਹ ਪ੍ਰਭਾਵ ਪਏ ਹੁੰਦੇ ਆ, ਪਰਿਵਾਰ ਦੀ ਕ੍ਰੀਏਸ਼ਨ ਨਹੀਂ ਹੈਗੀ ਸ਼ਾਇਦ, ਉਹ ਥੋੜੇ ਜਿਹੇ ਬੰਦਿਆਂ ਦੀ ਕ੍ਰੀਏਸ਼ਨ ਨਹੀਂ ਹੁੰਦੀ, ਉਹਨੇ ਜੀਆਂ ਦੀ ਕ੍ਰੀਏਸ਼ਨ ਹੀ ਸਮਾਜ ਦੇ ਲੈਵਲ 'ਤੇ ਵੀ ਤਾਂ ਪ੍ਰਭਾਵ ਪੈਂਦੇ ਨੇ ਜੀ। ਸਮਾਜ ਦੇ ਲੈਵਲ 'ਤੇ ਪ੍ਰਭਾਵ ਪੈਂਦੇ ਆ। ਹੁਣ ਦੇਖੋ ਅੱਜ ਕੱਲ੍ਹ ਜਿਹੜਾ ਮੀਡੀਆ ਇਸ ਤਰ੍ਹਾਂ ਦਾ ਹੋ ਗਿਆ ਹੈ ਕਿ ਤੁਹਾਡੇ ਕੋਲ ਕਿੰਨੇ ਮੀਨਸ ਹੈਗੇ ਨੇ। ਜੇ ਤੁਹਾਡੇ ਕੋਲ TV ਹੈਗਾ, TV 'ਚ ਤੁਹਾਡੇ ਕੋਲ ਹਜ਼ਾਰ ਚੈਨਲ ਹੈਗੇ ਨੇ। ਜੇ ਤੁਹਾਡੇ ਕੋਲ ਸੈੱਲਫੋਨ ਹੈ, ਸੈੱਲਫੋਨ 'ਚ ਤੁਹਾਡੇ ਕੋਲ WhatsApp ਹੈ, ਕਈ ਗਰੁੱਪ ਇੰਸਟਾਗ੍ਰਾਮ ਹੈ, ਫਿਰ ਤੁਹਾਡੇ ਕੋਲ ਦੂਜਾ Facebook ਹੈ, ਸੋਸ਼ਲ ਮੀਡੀਆ ਹੈ, ਲਿੰਕਡਇਨ ਹੈਗਾ, ਹੋਰ ਕਿੰਨਾ ਕੁਛ ਹੈ ਤੁਸੀਂ, ਹੈ ਨਾ। ਔਰ ਇਹ ਸਾਰੇ ਚੀਜ਼ਾਂ ਦੇ ਚੱਲਦੇ ਆ। ਹੋਰ ਵੀ ਕਿਹੜਾ ਕੁਝ ਹੈ ਜਿਹੜਾ ਮੈਨੂੰ ਪਤਾ ਨਹੀਂ ਹੈ ਜਾਂ ਮੇਰੇ ਕੋਲੋਂ ਐਕਸਪਲੇਨ ਨਹੀਂ ਹੋਣਾ ਹੁਣ, ਹੈ ਨਾ ਜੀ। ਇੰਨੀਆਂ ਆਪਸ਼ਨਸ ਡੇ ਬਾਈ ਡੇ। ਹੁਣੇ ਤੁਸੀਂ ਐਪ ਦੀ ਗੱਲ ਕਰ ਰਹੇ ਸੀ, ਹੈ ਨਾ ਜੀ, ਕਿੰਨੀਆਂ ਐਪਸ ਆ ਰਹੀਆਂ। ਪਰ ਜਿਹੜੀ ਚੀਜ਼ ਇਹ ਸਾਰੇ ਬਦਲਾਅ ਦੇ ਵਿੱਚ ਨਹੀਂ ਬਦਲੀ ਉਹ ਹੈ ਜੀ ਦਿਨ ਦੇ 24 ਘੰਟੇ। ਅੱਜ ਤੋਂ 50 ਸਾਲ ਪਹਿਲਾਂ ਵੀ 24 ਘੰਟੇ ਸੀ, ਸਮਾਂ ਨਹੀਂ ਬਦਲਿਆ, ਹੁਣ ਵੀ 24 ਘੰਟੇ ਆ। ਪਹਿਲਾਂ ਸਾਡੇ ਕੋਲ ਆਪਸ਼ਨ ਥੋੜ੍ਹੀ ਸੀ, ਸਾਡੇ ਕੋਲ ਟਾਈਮ ਜ਼ਿਆਦਾ ਸੀ, ਗੱਲ ਕਰਨ ਦਾ ਟਾਈਮ ਜ਼ਿਆਦਾ ਸੀ, ਸਾਡੇ ਕੋਲ ਬੈਠਣ ਦਾ ਟਾਈਮ ਜ਼ਿਆਦਾ ਸੀ, ਸਾਡੇ ਕੋਲ ਟਾਈਮ ਸਪੈਂਡ ਕਰਨ ਦਾ ਟਾਈਮ ਜ਼ਿਆਦਾ ਸੀ। ਠੀਕ ਹੈ ਜੀ। ਵਿਆਹ ਸ਼ਾਦੀ ਜਿਹੜੇ 10-10 ਦਿਨ ਚੱਲਦੇ ਸੀ, ਹੁਣ ਜਿਹੜੇ 10-10 ਵਿਆਹ ਜਿਹੜੇ ਇੱਕ ਦਿਨ 'ਚ ਹੈ ਨਾ ਜੀ।
ਪਤਾ ਨਹੀਂ ਹੁੰਦਾ ਵੀ ਕਿਹੜਾ ਸਗਨ ਕਿੱਥੇ ਦੇਣਾ ਹੈਗਾ ਉਹਨੇ ਤੁਹਾਨੂੰ 4 ਕਾਰਡ ਵੀ ਆ ਜਾਣ, 5 ਕਾਰਡ ਵੀ ਆ ਜਾਣ, ਤੁਸੀਂ ਭੁਗਤਾ ਦੇਣਾ ਹੈ। ਹਾਂਜੀ, ਔਰ ਇਸ ਸਾਰੇ ਚੱਲਣ ਦੇ ਚੱਲਦਿਆਂ ਇਹ ਹੁੰਦਾ ਹੈ ਕਿ ਬੰਦਾ ਸਟ੍ਰੈਸ ਵਿੱਚ ਆ ਜਾਂਦਾ ਹੈਗਾ ਕਿ ਕਿਹੜਾ ਕੰਮ ਕਰਾਂ, ਕਿਹੜਾ ਕੰਮ ਨਾ ਕੀਤਾ ਜਾਏ। ਔਰ ਇੰਜੋਏ ਹਰ ਇੱਕ ਚੀਜ਼ ਨੂੰ ਚਾਹੁੰਦਾ, ਹਰ ਇੱਕ ਬੰਦਾ ਕਰਨਾ ਚਾਹੁੰਦਾ। ਹਰ ਇੱਕ ਬੰਦਾ, ਜੇ 1000 ਚੈਨਲ ਹੈ ਘੱਟ ਤੋਂ ਘੱਟ 50 ਚੈਨਲ ਤੇ ਉਹ ਸਰਫਿੰਗ ਕਰਦਾ ਹੀ ਹੈ ਦਿਨ 'ਚ। ਹਾਂਜੀ, ਅਗਰ 50 ਚੈਨਲ ਦੇ ਵਿੱਚ ਮੂਵੀ ਚੱਲ ਰਹੀ ਹੈ ਤੇ ਹਰ ਮੂਵੀ ਜਿਹੜੀ ਫੇਵਰੇਟ ਹੈ ਉਹਨੂੰ ਹੁੰਦਾ ਕਿ ਥੋੜ੍ਹਾ ਪਾਰਟ ਵੇਖ ਕੇ। ਸੋ ਅਲਟੀਮੇਟਲੀ ਐਟ ਦਾ ਐਂਡ ਆਫ ਦਾ ਡੇ ਜਿਹੜਾ ਤੁਹਾਡਾ ਪੀਸ ਆਫ ਮਾਈਂਡ ਹੈ ਨਾ, ਜਿਹੜਾ ਤੁਹਾਡਾ ਕੰਸਨਟ੍ਰੇਸ਼ਨ ਹੈ, ਉਹ ਤਹਿਸ-ਨਹਿਸ ਹੋ ਜਾਂਦੀ ਹੈ। ਜਿਹੜਾ ਇੰਟਰਪਰਸਨਲ ਦੀ ਤੁਸੀਂ ਗੱਲ ਕਰਦੇ ਸੀਗੇ, ਇਹ ਫੈਮਿਲੀ ਮੀਨ ਫਰੈਂਡ ਸਰਕਲ ਵੀ ਵਿੱਚ ਹੀ ਹੁੰਦਾ। ਇੰਨਾ ਕੰਪਲੀਕੇਟਡ ਆ ਨਾ ਜੀ ਇਹਦੇ ਕਿ ਤੁਸੀਂ ਪਹਿਲਾਂ ਜ਼ਿਆਦਾ ਕੰਪਲੀਕੇਸ਼ਨ ਕਿੱਥੇ, ਫਰੈਂਡਸ ਵਿੱਚ ਕਿ ਫੈਮਿਲੀ ਵਿੱਚ? ਨਹੀਂ, ਫੈਮਿਲੀ ਦੇ ਵਿੱਚ ਹੀ ਹੁੰਦੀ ਹੈ। ਫੈਮਿਲੀ 'ਚ ਜ਼ਿਆਦਾ। ਹਾਂ, ਫੈਮਿਲੀ ਉਹ ਕਹਿੰਦੇ ਨਾ ਕਿ ਜਿਹੜਾ ਬੇਸਿਕ ਰੂਟ ਜਿਹੜਾ ਅਗਰ ਉਹ ਤੁਹਾਡੀਆਂ ਮਜ਼ਬੂਤ ਨਹੀਂ ਹੈਗੀਆਂ ਤਾਂ ਤੁਹਾਡੀ ਟਹਿਣੀਆਂ ਜਿਹੜੀਆਂ ਜ਼ਰੂਰ ਇੱਧਰ ਉੱਧਰ ਵੱਜਦੀਆਂ ਫਿਰਨਗੀਆਂ ਹੈ ਨਾ, ਦਰਖਤ ਦੀਆਂ। ਫੈਮਿਲੀ ਦੇ ਲੈਵਲ ਦੀ ਗੱਲ ਹੈ। ਫੈਮਿਲੀ ਦੇ ਵਿੱਚ ਭਰਾ ਨੇ ਭਰਾ ਰਹਿਣਾ, ਪਿਓ ਨੇ ਪਿਓ ਰਹਿਣਾ, ਮਾਂ ਨੇ ਮਾਂ ਰਹਿਣਾ, ਬੱਚਿਆਂ ਨੇ ਬੱਚੇ ਰਹਿਣਾ। ਫਰੈਂਡਸ ਵਿੱਚ ਤੁਹਾਨੂੰ ਇੱਕ ਫਰੈਂਡ ਚੰਗਾ ਨਹੀਂ ਲੱਗਾ, ਬਦਲ ਦਿਓ। ਨਹੀਂ, ਪਰ ਇਸ ਤਰ੍ਹਾਂ ਹੈ ਕਿ ਜੇ ਤੁਹਾਡਾ ਮਾਹੌਲ ਨਹੀਂ ਮਿਲਿਆ, ਤੁਹਾਨੂੰ ਘਰ 'ਚ ਮਾਹੌਲ ਨਹੀਂ ਮਿਲਿਆ ਹੈਗਾ, ਕੋਈ ਤੁਹਾਨੂੰ ਬੇਸਿਕ ਤੁਹਾਨੂੰ ਆਈਡੀਆ ਨਹੀਂ ਮਿਲਿਆ ਹੈਗਾ ਕਿ ਰਿਲੇਸ਼ਨਸ਼ਿਪ ਕਿੱਦਾਂ ਬਣਾਉਣੇ, ਕਿੱਦਾਂ ਮੇਨਟੇਨ ਕਰਨੇ ਹੈਗੇ, ਕਿੱਦਾਂ ਕਿਸੇ ਦੀ ਗੱਲ ਤੁਸੀਂ ਟੋਲਰੇਟ ਕਰਨੀ ਹੈ, ਕਿੱਦਾਂ ਬਰਦਾਸ਼ਤ ਕਰਨਾ ਕਿਸੇ ਨੂੰ, ਕਿੱਦਾਂ ਕਿਸੇ ਨੂੰ ਗੱਲ ਕਹਿਣੀ ਹੈ, ਅਗਰ ਮਾੜੀ ਵੀ ਗੱਲ ਕਹਿਣੀ ਹੈ ਤਾਂ ਕਿੱਦਾਂ ਚੰਗੇ ਤਰੀਕੇ ਨਾਲ। ਅਤੇ ਤੁਸੀਂ ਉਹ ਸੇਮ ਮਿਸਟੇਕ ਜਿਹੜੀ ਆ ਉਹ ਕਰੋਗੇ ਜਦੋਂ ਤੁਸੀਂ ਫਰੈਂਡ ਬਣਾਉਂਦੇ ਹੈਗੇ ਹੋ। ਸੇਮ ਮਿਸਟੇਕ ਤੁਸੀਂ ਕਰੋਗੇ ਜਦੋਂ ਤੁਸੀਂ ਕੋਈ ਆਪਣੇ ਫਰੈਂਡ ਸਰਕਲ 'ਚ ਬੈਠੇ ਹੋਏ ਹੋ। ਅਤੇ ਮੈਂ ਪ੍ਰੈਕਟੀਕਲੀ ਦੇਖਿਆ ਹੈਗਾ ਕਿ ਕਈ ਬੰਦੇ ਜਿਹੜੇ ਨੇ ਉਹਨਾਂ ਨੂੰ ਗੱਲ ਇਸ ਕਰਕੇ ਨਹੀਂ ਕਰਨੀ ਆਉਂਦੀ ਕਿਉਂਕਿ ਘਰ ਦਾ ਮਾਹੌਲ ਹੀ ਨਹੀਂ ਹੈਗਾ ਉੱਥੇ। ਠੀਕ ਹੈ ਜੀ, ਅਗਰ ਘਰ ਦੇ ਵਿੱਚ ਕਿਸੇ ਨੇ ਦੱਸਿਆ ਹੈ ਉਹਨਾਂ ਨੂੰ ਕਿ ਗੱਲ ਕਿੱਦਾਂ ਸਟਾਰਟ ਕਰਨੀ ਹੈ, ਗੱਲ ਕਿੱਦਾਂ ਮੁਕਾਉਣੀ ਹੈਗੀ ਹੈ, ਕੋਈ ਮਾੜੀ ਗੱਲ ਵੀ ਜਿਹੜੀ ਕੌੜੀ ਗੱਲ ਵੀ ਕਹਿਣੀ ਕਿੱਦਾਂ ਕਰਨੀ, ਅਗਰ ਉਹ ਸੇਮ, ਇਹਦਾ ਮਤਲਬ ਪਰਿਵਾਰਕ ਜਿਹੜੀ ਗੱਲਬਾਤ ਆ ਜਾਂ ਉਹਦਾ ਸਮਾਜ ਦੇ ਉੱਤੇ ਵੀ ਪ੍ਰਭਾਵ ਬਹੁਤ ਪੈਂਦਾ, ਫਰੈਂਡ ਸਰਕਲ ਤੇ ਵੀ ਪ੍ਰਭਾਵ ਪੈਂਦਾ। ਬੇਸਿਕ ਯੂਨਿਟ ਹੈ ਹਿਊਮਨ ਬੀਇੰਗ, ਸੈਕੰਡਰੀ ਯੂਨਿਟ ਹੈ ਫੈਮਿਲੀ, ਤੇ ਜਿਹੜਾ ਉਸ ਤੋਂ ਬਾਅਦ ਉਸ ਤੋਂ ਬਾਅਦ ਨੇਬਰਹੁੱਡ ਤੁਹਾਡੀ, ਉਸ ਤੋਂ ਬਾਅਦ ਤੁਹਾਡਾ ਮੁਹੱਲਾ ਹੈ, ਮੁੜ ਕੇ ਤੁਹਾਡਾ ਬਲਾਕ ਹੈ, ਮੁੜ ਕੇ ਵਧੀ ਜਾਂਦਾ, ਫਿਰ ਸ਼ਹਿਰ ਹੈ, ਫਿਰ ਡਿਸਟ੍ਰਿਕਟ ਹੈ, ਇਸ ਤਰ੍ਹਾਂ ਕਰਕੇ। ਪਰ ਬੇਸਿਕ ਜਿਹੜਾ ਯੂਨਿਟ ਹੈ ਉਹ ਤੁਹਾਡਾ ਸਟਰੋਂਗ ਹੋਣਾ ਚਾਹੀਦਾ। ਇੰਟਰਪਰਸਨਲ ਰਿਲੇਸ਼ਨਸ਼ਿਪ ਜਿਹੜੇ ਨਾ ਸਭ ਤੋਂ ਵੱਧ ਖਰਾਬ ਹੋਣ ਦਾ ਰੀਜ਼ਨ ਇਸ ਕਰਕੇ ਹੋਇਆ ਕਿ ਸਾਡੇ ਕੋਲ ਟਾਈਮ ਆਉਂਦਾ ਰਿਹਾ ਔਰ ਸਾਡੇ ਕੋਲ ਚੋਇਸ ਜ਼ਿਆਦਾ ਹੋ ਗਈ ਹੈ। ਠੀਕ ਹੈ ਜੀ, ਔਰ ਇਨਸਾਨ ਨੂੰ ਇਹ ਸਿਲੈਕਟ ਕਰਨਾ ਹੀ ਬੜਾ ਵੱਡਾ ਮੁਸ਼ਕਿਲ ਹੈ, ਕੰਪਲੀਕੇਟਡ ਹੈ ਕਿ ਮੈਂ ਕੀ ਚੀਜ਼ ਕਰਾਂ, ਕੀ ਚੀਜ਼ ਨਾ ਕਰਾਂ। ਔਰ ਕਈ ਬੰਦੇ 24 ਘੰਟੇ ਇਸ ਕਸ਼ਮਕਸ਼ ਵਿੱਚ ਹੀ ਨਿਕਲ ਜਾਂਦਾ ਉਹਨਾਂ ਦਾ ਕਿ ਮੈਂ ਦਿਨ ਦੀ ਸ਼ੁਰੂਆਤ ਕਿੱਦਾਂ ਕਰਾਂ। ਮੈਨੂੰ ਕਈ ਬੰਦੇ ਐਸੇ ਮਿਲਦੇ ਆ ਜਿਹੜੇ ਕਹਿੰਦੇ ਆ ਕਿ ਅਸੀਂ 12 ਵਜੇ ਤੱਕ ਇਹ ਨਹੀਂ ਡਿਸਾਈਡ ਕਰ ਪਾਉਂਦੇ ਕਿ ਆਪਾਂ ਸ਼ੁਰੂ ਕਿੱਥੋਂ ਕਰੀਏ ਦਿਨ ਨੂੰ। ਅੱਛਾ ਜੀ, ਔਰ ਜਦੋਂ ਫਿਰ ਹਾਂਜੀ ਉੱਠੀਏ ਵੀ ਕਿ ਨਾ ਉੱਠੀਏ, ਹਾਂ ਉਹ ਡਿਫਰੈਂਟ ਚੀਜ਼ ਹੈ। ਬਟ ਕਈ ਬੰਦੇ ਇਹ ਹੈ ਕਿ 5-7 ਆਪਸ਼ਨ ਹੈਗੇ ਨੇ, ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਆਪਾਂ ਸਟਾਰਟ ਕਿੱਥੋਂ ਕਰਦੇ ਹਾਂ। ਔਰ ਜਦੋਂ ਇਹ ਸਟਾਰਟ ਨਹੀਂ ਕਰ ਪਾਉਂਦੇ 12 ਵਜੇ ਤੱਕ, ਜਦੋਂ ਅੱਧਾ ਦਿਨ, ਫਿਰ ਉਹ ਦੇਖਦੇ ਬਾਕੀ ਬੰਦੇ ਨੇ ਤਾਂ ਅੱਧੇ ਕੰਮ ਮੁਕਾ ਵੀ ਲਏ। ਬਿਲਕੁਲ, ਜਿਹੜੇ ਇੰਟਰਪਰਸਨਲ ਰਿਲੇਸ਼ਨਸ਼ਿਪ 'ਚ ਮਾਹਿਰ ਬੰਦਾ ਹੈਗਾ, ਐਕਸਪਰਟ ਹੈਗਾ, ਉਹਨੇ ਤਾਂ ਅੱਧੇ ਕੰਮ ਖਤਮ ਕਰ ਲਏ 8 ਵਜੇ ਦਾ ਸਟਾਰਟ ਹੋ ਕੇ। ਫਿਰ ਹੁੰਦੀ ਹੈ ਫਰਸਟ੍ਰੇਸ਼ਨ, ਫਿਰ ਹੁੰਦਾ ਕੰਪਲੈਕਸ, ਫਿਰ ਹੀਣ ਭਾਵਨਾ ਆਉਂਦੀ ਹੈ, ਫਿਰ ਹੁੰਦੀ ਈਰਖਾ ਆਉਂਦੀ ਹੈ, ਇੱਕ ਹੁੰਦੀ ਹੈ ਫਿਰ ਕੰਪੈਰੀਜ਼ਨ ਕਰਦਾ ਬੰਦਾ, ਹਾਂ ਇਹ ਕਿੱਦਾਂ ਹੋ ਗਿਆ ਹੈ ਨਾ, ਇਹ ਕਿੱਦਾਂ ਕਰ ਲਿਆ, ਮੈਂ ਕਿਉਂ ਨਹੀਂ ਕਰ ਸਕਿਆ। ਫਿਰ ਫਰਸਟ੍ਰੇਸ਼ਨ ਹੈ, ਫਿਰ ਸਟ੍ਰੈਸ ਹੈ, ਫਿਰ ਡਿਪਰੈਸ਼ਨ ਹੈ, ਫਿਰ ਡਾਊਨ ਮੂਵਮੈਂਟਸ ਹੈਗੀਆਂ ਨੇ, ਫਿਰ ਸੁਸਾਈਡਲ ਟੈਂਡੈਂਸੀਜ਼ ਹੈ। ਅਗਰ ਤੁਸੀਂ ਹੋਰ ਅੱਗੇ ਚੱਲ ਜਾਓ ਅਤੇ ਅਲਟੀਮੇਟਲੀ ਕੀ ਹੁੰਦਾ ਕਿ ਇਹ ਪਰਮਾਨੈਂਟ ਪ੍ਰੋਸੈਸ ਬਣ ਜਾਂਦਾ। ਅਗਲੇ ਦਿਨ ਕਹਿੰਦੇ ਚੱਲ ਕੋਈ ਨਹੀਂ, ਅੱਜ ਦਾ ਦਿਨ ਲੰਘ ਗਿਆ, ਨੈਕਸਟ ਡੇ ਵੇਖਾਂਗੇ, ਨੈਕਸਟ ਡੇ ਸੇਮ ਪ੍ਰੋਸੈਸ ਰਿਪੀਟ ਹੋਣਾ ਹੈਗਾ। ਠੀਕ ਹੈ ਜੀ, ਜਿਹੜੀ ਫੈਮਿਲੀ ਲੈਵਲ ਦੀ ਗੱਲ ਹੈ ਜੀ, ਉਹ ਹੈਗਾ ਕਿ ਜਨਰੇਸ਼ਨ ਗੈਪ ਜਿਹੜਾ ਇਹ ਸਦੀਆਂ ਤੋਂ ਚੱਲਿਆ ਆ ਰਿਹਾ, ਇੱਦਾਂ ਹੀ ਚੱਲਿਆ ਆਉਂਦਾ। ਪਹਿਲਾਂ ਸਾਡੇ ਤੋਂ ਪਹਿਲਾਂ ਦੀ ਜਨਰੇਸ਼ਨ ਵੀ ਇੱਦਾਂ ਹੀ, ਅਤੇ ਸਾਡੇ ਤੋਂ ਅਗਲੇਰੀ ਜਨਰੇਸ਼ਨ ਵੀ ਇਸ ਤਰ੍ਹਾਂ ਹੀ। ਇਹ ਜਨਰੇਸ਼ਨ ਗੈਪ ਤਾਂ ਹੈ ਹੀ ਹੈ। ਹਾਂਜੀ, ਇਹਨੂੰ ਮਿਟਾਇਆ ਵੀ ਨਹੀਂ ਜਾ ਸਕਦਾ, ਨਹੀਂ ਮਿਟਾਇਆ ਜਾ ਸਕਦਾ। ਇਹਨੂੰ ਜੇ ਆਪਾਂ ਕਹੀਏ ਜੀ ਵੀ ਇੰਨੀ ਅੰਡਰਸਟੈਂਡਿੰਗ ਹੋਣੀ ਚਾਹੀਦੀ ਫੈਮਿਲੀ 'ਚ, ਉਹ ਜਨਰੇਸ਼ਨ ਗੈਪ ਜਿਹੜਾ ਉਹ ਕਿਤੇ ਨਾ ਕਿਤੇ ਤੁਹਾਡੇ ਵਿਚਾਰਾਂ ਵਿੱਚ ਤਾਂ ਫਰਕ ਹੈਗਾ ਹੀ ਹੈ ਨਾ ਜੀ, ਉਹਨੂੰ ਕਿਵੇਂ ਖਤਮ ਕੀਤਾ ਜਾ ਸਕਦਾ? ਉਹਨੂੰ ਇਸ ਤਰ੍ਹਾਂ ਕਿ ਇੱਕ ਅੰਗਰੇਜ਼ੀ 'ਚ ਵਰਡ ਹੈਗਾ ਜੀ ਅਡੈਪਟੇਬਿਲਿਟੀ। ਹਾਂ, ਅਡੈਪਟੇਬਿਲਿਟੀ ਹੈ ਨਾ ਜੀ। ਉਹ ਜਿਹੜੀ ਮੂਵੀ ਦੀ ਮੈਂ ਗੱਲ ਕੀਤੀ ਹੈ ਉਹਦੇ 'ਚ ਕੀ ਹੈ ਕਿ ਜਿਹੜਾ ਇਨ ਬਿਟਵੀਨ ਯੂਨਿਟ ਹੁੰਦਾ ਪਰਿਵਾਰ ਦਾ, ਜਿਹਦਾ ਬਾਪ ਵੀ ਹੈ ਔਰ ਜਿਹਦਾ ਬੇਟਾ ਵੀ ਹੈ, ਦਾਦੇ ਪੋਤਰੇ ਦੀ ਆਪਸ 'ਚ ਬਣਦੀ ਨਹੀਂ ਹੈ। ਉਹ ਤੁਸੀਂ ਉਹਦਾ ਰੋਲ ਅਗਰ ਤੁਸੀਂ ਰਿਪੀਟ ਕਰਕੇ YouTube 'ਤੇ ਮੂਵੀ ਦੇਖੋ, ਉਹ ਵਿੱਚ ਫਰਸਟ੍ਰੇਟ ਵੀ ਹੁੰਦਾ ਹੈਗਾ, ਉਹ ਕਈ ਵਾਰੀ ਰੋਂਦਾ ਵੀ ਹੈ, ਉਹ ਕਈ ਵਾਰੀ ਜਿਹੜੀ ਨੈਕਸਟ ਜਨਰੇਸ਼ਨ ਉਹਨੂੰ ਸਮਝਾਉਂਦਾ ਵੀ ਹੈ, ਜਿਹੜੀ ਉੱਪਰ ਵਾਲੀ ਜਨਰੇਸ਼ਨ ਹੈ ਉਹਦੀ ਰਿਕੁਐਸਟ ਵੀ ਕਰਦਾ ਵੀ ਆਹ ਸਿਚੁਏਸ਼ਨ ਹੈ ਨਾ, ਉਹਨੇ ਹੋਰ ਵੀ ਚੀਜ਼ਾਂ ਦੇਖਣੀਆਂ ਹੁੰਦੀਆਂ। ਅਡੈਪਟੇਬਿਲਿਟੀ ਜਿਹੜੀ ਹੈ ਦੈਟ ਮੇਕਸ ਏ ਵੈਰੀ ਬਿਗ ਡਿਫਰੈਂਸ। ਹਾਂਜੀ, ਅਡੈਪਟੇਬਿਲਿਟੀ ਇਹ ਹੈ
ਅਡੈਪਟੇਬਿਲਿਟੀ ਇਹ ਨਹੀਂ ਹੈ ਕਿ ਅਗਰ ਤੁਹਾਡੀ ਸਿਚੁਏਸ਼ਨ ਤੁਹਾਡੇ ਕੰਟਰੋਲ 'ਚ ਨਹੀਂ ਆ ਰਹੀ ਤਾਂ ਤੁਸੀਂ 2 ਚਪੇੜਾਂ ਛੱਡ ਦਿਓ। ਠੀਕ ਹੈ ਜੀ। ਅੱਜ ਕੱਲ੍ਹ ਤਾਂ ਚਲੋ ਇਹ ਹੈ ਵੀ ਕੈਨੇਡੀਅਨ ਮਾਹੌਲ ਦੇ ਮੁਤਾਬਿਕ, ਈਵਨ ਇੰਡੀਅਨ ਮਾਹੌਲ ਦੇ ਮੁਤਾਬਿਕ ਇਹ ਬੜਾ ਬਿਗ ਵਾਇਲੇਸ਼ਨ, ਕ੍ਰਾਈਮ ਹੋ ਗਿਆ। ਹਾਂਜੀ। ਤੇ ਚਲੋ ਮੈਂ ਤੁਹਾਨੂੰ ਟੋਕ ਰਿਹਾ ਜੀ, ਸਮੇਂ ਦੇ ਹਿਸਾਬ ਨਾਲ ਸਮਾਂ ਆਪਣੇ ਕੋਲ ਘੱਟ ਹੈ, ਫਿਰ ਆਪਾਂ ਵੀ ਦੁਬਾਰਾ ਗੱਲ ਕਰਾਂਗੇ ਕਿਸੇ ਇਸ ਟੌਪਿਕ ਨੂੰ ਹੋਰ ਲੈਬੋਰੇਟਰੀ ਵੇ ਨਾਲ ਗੱਲ ਕਰਾਂਗੇ। ਇਹ ਲੋੜ ਕਿਉਂ ਪਈ ਅੱਜ ਗੱਲ ਕਰਨ ਦੀ? ਲੋੜ ਦੇਖੋ ਇੱਦਾਂ ਹੈ ਕਿ ਉਹ ਕਹਿੰਦੇ ਨੇ ਕਿ ਲੋੜ ਕਾਰਡ ਦੀ ਮਾਂ ਹੈ। ਹਾਂਜੀ। ਤੇ ਲੋੜ ਇਸ ਕਰਕੇ ਪਈ ਕਿ ਆਪਾਂ ਜਦੋਂ ਸਮਾਜਿਕ ਤੌਰ 'ਤੇ ਵਿਚਰਦੇ ਹਾਂ, ਜਦੋਂ ਸੋਸ਼ਲ ਮੀਡੀਆ 'ਤੇ ਦੇਖਦੇ ਹਾਂ, ਜਦੋਂ ਆਪਾਂ ਕਿਸੇ ਨਾਲ ਗੱਲਬਾਤ ਕਰਦੇ ਹਾਂ, ਤੇ ਇਹ ਚੀਜ਼ ਬੜੀ ਦੇਖੀ ਗਈ ਹੈ ਕਿ ਹਰ ਬੰਦਾ ਫਰਸਟ੍ਰੇਟਡ ਹੈ। ਫਰਸਟ੍ਰੇਸ਼ਨ ਦਾ ਮੇਨ ਰੀਜ਼ਨ ਇਹੋ ਹੀ ਹੈ ਕਿ ਫੈਮਿਲੀ ਯੂਨਿਟ 'ਚ ਸਾਰੇ ਬੰਦੇ ਖੁਸ਼ ਨਹੀਂ ਹੈਗੇ, ਫਰਸਟ੍ਰੇਟਡ ਹੈ, ਡਾਊਨ ਹੈਗੇ ਨੇ, ਉਹਨਾਂ ਨੂੰ ਨਿਰਾਸ਼ਾ ਹੈਗੀ ਹੈ, ਪੋਜ਼ੀਟਿਵਿਟੀ ਘੱਟ ਹੈ। ਫਿਰ ਨੈਗੇਟਿਵਿਟੀ ਦੀ ਗੱਲ ਕਰਦਾ ਹੈ ਨਾ ਜੀ। ਜਾਂਦੇ ਜਾਂਦੇ 2 ਲਫ਼ਜ਼ਾਂ 'ਚ ਦੱਸੋ ਜੀ ਕਿਵੇਂ ਬੈਲੈਂਸ ਕਿਵੇਂ ਰੱਖਿਆ ਜਾ ਸਕਦਾ? ਬੈਲੈਂਸ ਇਸ ਤਰ੍ਹਾਂ ਰੱਖਿਆ ਜਾ ਸਕਦਾ ਹੈ ਕਿ ਅਡੈਪਟੇਬਿਲਿਟੀ ਕ੍ਰੀਏਟ ਜਿਸ ਬੰਦੇ ਨੇ ਕਰ ਲਈ, ਉਹ ਬਿਨ ਸੰਤੋਖ ਭੁੱਖਾ ਨਹੀਂ ਰਾਜੇ, ਹੈ ਨਾ ਜੀ। ਠੀਕ ਹੈ ਜੀ। ਜੇ ਸਬਰ ਸੰਤੋਖ ਆ ਗਿਆ ਬੰਦੇ 'ਚ, ਤੇ ਜਿਹੜੀਆਂ ਇੱਛਾਵਾਂ ਨੇ ਉਹ ਆਪਣੇ ਆਪ ਮਰ ਜਾਣਗੀਆਂ, ਕੰਟਰੋਲ ਹੋ ਜਾਣਗੀਆਂ। ਇੱਛਾਵਾਂ ਜਦੋਂ ਕੰਟਰੋਲ ਹੋ ਜਾਣਗੀਆਂ ਬੰਦੇ ਦੀਆਂ, ਤੇ ਫਿਰ ਮੇਰੇ ਖਿਆਲ 'ਚ ਇੱਛਾਵਾਂ ਤਾਂ ਕੰਟਰੋਲ ਕਰਨੇ ਚਾਹੀਦੇ, ਸੁਪਨੇ ਨਹੀਂ ਮਰਨੇ ਚਾਹੀਦੇ। ਸੁਪਨੇ ਦੇਖੋ, ਸੁਪਨੇ ਮਾਰਨੇ ਡਿਫਰੈਂਟ ਚੀਜ਼ ਹੈ, ਇੱਛਾਵਾਂ 'ਤੇ ਕੰਟਰੋਲ ਕਰਨਾ ਡਿਫਰੈਂਟ ਚੀਜ਼ ਹੈ। ਉਹ ਕਹਿੰਦੇ ਨਾ ਕਿ ਸਵੇਰ ਦੀ ਜ਼ਰੂਰਤ ਜਿਹੜੀ ਸ਼ਾਮ ਤੱਕ ਟਾਲਦੇ ਰਹੇ, ਇੱਦਾਂ ਹੀ ਆਪਣੀ ਜ਼ਿੰਦਗੀ ਸਵਾਰਦੇ ਰਹੇ, ਹੈ ਨਾ ਜੀ। ਅਗਰ ਤੁਹਾਡੇ 'ਚ ਕਪੈਸਿਟੀ ਹੈ $100 ਦੀ, ਤੇ ਤੁਹਾਡੀ ਇੱਛਾ ਹੈਗੀ $200 ਦੀ, ਤੇ ਤੁਸੀਂ $100 ਆਧਾਰ ਲੈ ਕੇ ਵੀ ਤੁਸੀਂ ਖਰਚਾ ਕਰਦੇ ਹੈਗੇ ਹੋ। ਮੈਂ ਇਸ ਗੱਲ ਨੂੰ ਸਮ ਅਪ ਕਰਦੇ, ਮੈਨੂੰ ਲੱਗਦਾ ਕਿ ਇਹ ਗੱਲ ਉਹਨਾਂ ਲੋਕਾਂ 'ਤੇ ਜ਼ਿਆਦਾ ਢੁੱਕਦੀ, ਉਹ ਲੋਕ ਜ਼ਿਆਦਾ ਸੈਟਿਸਫਾਈਡ ਹੈ ਜਿਹੜੇ ਹਰ ਰੋਜ਼ ਖੂਹ ਪੱਟਦੇ ਤੇ ਉਹਦਾ ਪਾਣੀ ਪੀਂਦੇ, ਜਿਨ੍ਹਾਂ ਦੇ ਖੂਹ ਪੱਟੇ ਪਟਾਏ ਜਿਨ੍ਹਾਂ ਨੂੰ ਮਿਲੇ ਹੋਏ ਆ, ਜਾਂ ਜਿਨ੍ਹਾਂ ਨੂੰ ਫਿਕਰ ਹੀ ਨਹੀਂ ਆ ਕਿ ਖੂਹ ਵੀ ਕੋਈ ਚੀਜ਼ ਹੁੰਦੀ ਹੈ ਜਿੱਥੋਂ ਪਾਣੀ ਮਿਲਦਾ, ਉਹ ਚੀਜ਼ ਦੀ ਉਹਨਾਂ ਨੂੰ ਸ਼ਾਇਦ ਇਹਨਾਂ ਗੱਲਾਂ ਦਾ ਇਲਮ ਨਹੀਂ ਹੈ, ਸਮਝ ਨਹੀਂ ਹੈ। ਤੁਹਾਡੀ ਬੜੀ ਮਿਹਰਬਾਨੀ, ਸਮਾਂ ਕੱਢਿਆ ਤੁਸੀਂ। ਅਸੀਂ ਅਗਲੇ ਕਿਸੇ ਐਪੀਸੋਡ ਤੇ ਹੋਰ ਨਵੇਂ ਟੌਪਿਕ ਤੇ ਗੱਲ ਕਰਾਂਗੇ। ਠੀਕ ਹੈ ਜੀ। ਬੜੀ ਮਿਹਰਬਾਨੀ। ਥੈਂਕ ਯੂ ਵੈਰੀ ਮਚ।